ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਸੁਣੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਜੀ ਅਸੀਂ ਇੰਡੀਆ ਤੋਂ ਵਾਪਸ ਆਉਣ ਦੇ ਲਈ ਜਿਨ੍ਹਾਂ ਬੰਦਿਆਂ ਦੇ ਪੇਪਰ ਇੰਡੀਆ ਦੇ ਵਿੱਚ ਐਕਸਪਾਇਰ ਹੋ ਗਏ ਨੇ ਉਹਨਾਂ ਦੇ ਬਾਰੇ ਅਸੀਂ ਜੋ ਸਾਨੂੰ ਆਫੀਸ਼ੀਅਲ ਡਾਕੂਮੈਂਟ ਹੱਥ ਲੱਗੇ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਦੇਖਾਂਗੇ ਇਟਲੀ ਦੇ ਵਿੱਚ ਜੋ ਸਿਚੁਏਸ਼ਨ ਕੀ ਜਾ ਰਹੀ ਹੈ, ਹੋਰ ਜਿਹੜੀਆਂ ਖਾਸ ਖਬਰਾਂ ਰਹੀਆਂ ਨੇ ਇਟਲੀ ਦੇ ਵਿੱਚ ਅੱਜ ਉਹਨਾਂ ਵੱਲ ਪਹਿਲਾਂ ਨਜ਼ਰ ਮਾਰਾਂਗੇ ਜੀ। ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਇਟਲੀ ਦੀ ਸਿਚੁਏਸ਼ਨ ਕੀ ਹੈ ਜੀ। ਇਟਲੀ ਦੇ ਵਿੱਚ 2079 ਨਵਾਂ ਕੇਸ, 88 ਬੰਦਿਆਂ ਦੀ ਹੋਈ ਮੌਤ, 7,616 ਮਰੀਜ਼ ਹੋਇਆ ਠੀਕ, 616 ਮਰੀਜ਼ ਠੀਕ ਹੋਇਆ, 7,616 ਠੀਕ, 1,69,309 ਬੰਦੇ ਅੱਜ ਵੀ ਇਟਲੀ ਦੇ ਵਿੱਚ ਪੋਜ਼ੀਟਿਵ ਨੇ। 626 ਮਰੀਜ਼ ਬਹੁਤ ਹੀ ਸੀਰੀਅਸ ਕੰਡੀਸ਼ਨ ਦੇ ਵਿੱਚ ਆ। 4,153 ਮਰੀਜ਼ ਕੋਵਿਡ ਦੇ ਸਿੰਪਟਮ ਦੇ ਨਾਲ ਹੌਸਪੀਟਲਾਂ ਦੇ ਵਿੱਚ। 1,64,530 ਬੰਦਾ ਇਟਲੀ ਦੇ ਵਿੱਚ ਹੁਣ ਵੀ ਘਰਾਂ 'ਚ ਕੁਆਰੰਟਾਈਨ ਕੀਤਾ ਗਿਆ ਜੀ। ਗੱਲ ਵੈਕਸੀਨ ਦੀ ਕਰੀਏ ਤਾਂ ਜਿਹੜਾ ਇੰਡੀਆ ਜੀ, ਵੈਕਸੀਨ ਦੇ ਵਿੱਚ ਇੰਡੀਆ ਦੁਨੀਆ ਦੇ ਵਿੱਚ ਤੀਸਰੇ ਨੰਬਰ 'ਤੇ, ਜਿਹਨੇ 23,68,56,505 ਨੂੰ ਪਹਿਲਾ ਅਤੇ ਜੋ 4.5 ਕਰੋੜ ਨੂੰ ਦੂਸਰਾ ਵੈਕਸੀਨ ਦਾ ਡੋਜ਼ ਲਾ ਦਿੱਤਾ। ਅਤੇ ਜਿਹੜਾ ਇਟਲੀ ਆ ਫਰਾਂਸ ਤੋਂ ਬਾਅਦ, ਫਰਾਂਸ ਦੇ ਬਿਲਕੁਲ ਨੇੜੇ ਹੀ ਚਲਾ ਗਿਆ ਜੀ। 9ਵੇਂ ਨੰਬਰ 'ਤੇ ਆ ਜੀ, ਜਿਹਨੇ 4 ਕਰੋੜ 1,14,088 ਨੂੰ ਪਹਿਲਾ ਅਤੇ 1,35,58,508 ਨੂੰ ਦੂਸਰਾ ਵੈਕਸੀਨ ਦਾ ਡੋਜ਼ ਇਟਲੀ ਦੇ ਵਿੱਚ ਲੋਕਾਂ ਨੇ ਲਾ ਦਿੱਤਾ ਜੀ। ਜੇ ਅਸੀਂ ਗੱਲ ਕਰੀਏ ਆਪਣੇ ਟੌਪ 5 ਸਟੇਟਾਂ ਦੀ ਕਿ ਇਟਲੀ ਦੇ ਵਿੱਚ ਜਿਹੜੀਆਂ ਅਜੇ ਟੌਪ 5 ਸਟੇਟਾਂ ਕਿਹੜੀਆਂ ਨੇ, ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆ ਲੋਂਬਰਦੀਆ ਦੇ ਵਿੱਚ 352 ਨਵਾਂ ਕੇਸ, ਸਿਚੀਲੀਆ ਦੇ ਵਿੱਚ 284, ਕੰਪਾਨੀਆਂ ਦੇ ਵਿੱਚ 209 ਅਤੇ ਲਾਤਸੇ ਦੇ ਵਿੱਚ 194 ਨਵਾਂ ਕੇਸ ਆਇਆ ਅਤੇ ਤੁਸਕਾਨਾ ਦੇ ਵਿੱਚ 174 ਜਿਹੜਾ ਨਵਾਂ ਕੇਸ ਰਜਿਸਟਰ ਹੋਇਆ। ਜੇਕਰ ਗੱਲ ਤਾਸੋ ਦੀ ਪੋਜ਼ੀਟਿਵਿਟੀ ਦੀ ਕੀਤੀ ਜਾਵੇ ਤਾਂ ਅੱਜ ਜਿਹੜੀ ਤਾਸੋ ਦੀ ਪੋਜ਼ੀਟਿਵਿਟੀ ਆ ਜੀ 1% ਸੀ। ਕਹਿਣ ਦਾ ਮਤਲਬ 100 ਪਿੱਛੇ 1 ਅਤੇ 1000 ਪਿੱਛੇ 10 ਜਿਹੜੇ ਬੰਦੇ ਪੋਜ਼ੀਟਿਵ ਆ ਰਹੇ ਸਨ। ਅਤੇ ਉੱਧਰ ਹੀ ਜੇਕਰ ਗੱਲ ਕੀਤੀ ਜਾਵੇ ਟੈਸਟਾਂ ਦੀ ਤਾਂ ਇਟਲੀ ਦੇ ਵਿੱਚ ਅੱਜ 2,05,335 ਜਿਹੜਾ ਨਵਾਂ ਟੈਸਟ ਕੀਤਾ ਗਿਆ। ਕੱਲ੍ਹ ਦੇ ਨਾਲੋਂ 13,000 ਕੁਛ ਟੈਸਟ ਘੱਟ ਕੀਤਾ ਗਿਆ ਸੀ। ਪਰ ਇੱਕ ਬਹੁਤ ਹੀ ਹੁਣ ਚੱਲਦੇ ਹਾਂ ਜੀ ਅਗਲੀਆਂ ਖਬਰਾਂ ਵੱਲ। ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਸੀ ਉਹ ਹੈ ਇੰਡੀਆ ਤੋਂ, ਕਿ ਇੰਡੀਆ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਨਵਾਂ ਡਾਟਾ ਰਜਿਸਟਰ ਹੋਇਆ ਜੀ। ਉਹ ਕੀ ਹੈ ਜੀ, ਲਾਸਟਲੇ 24 ਘੰਟਿਆਂ 'ਚ ਇੰਡੀਆ ਦੇ ਵਿੱਚ 6,148 ਬੰਦਿਆਂ ਦੀ ਮੌਤ ਰਜਿਸਟਰ ਹੋਈ ਹੈ। ਅਤੇ ਜਿਹੜੇ ਕੇਸਾਂ ਦੀ ਗਿਣਤੀ ਹੈ ਜੀ, ਕੇਸਾਂ ਦੀ ਗਿਣਤੀ ਵੀ ਦੱਸਿਆ ਜਾ ਰਿਹਾ ਕਿ ਤਕਰੀਬਨ 93,828 ਜਿਹੜਾ ਨਵਾਂ ਕੇਸ ਰਜਿਸਟਰ ਹੋਇਆ ਸੀ। 1,48,951 ਜਿਹੜਾ ਮਰੀਜ਼ ਠੀਕ ਹੋਇਆ ਸੀ। ਅਤੇ ਜੇ ਅਸੀਂ ਹੁਣ ਤੱਕ ਦੇਖੀਏ ਇਸ ਟਾਈਮ ਇੰਡੀਆ ਦੇ ਵਿੱਚ ਕੀ ਸਿਚੁਏਸ਼ਨ ਚੱਲ ਰਹੀ ਹੈ, ਇਸ ਵੇਲੇ 3,326 ਬੰਦਿਆਂ ਦੀ ਮੌਤ ਰਜਿਸਟਰ ਹੋ ਚੁੱਕੀ ਹੈ। 1,25,758 ਬੰਦਾ ਜਿਹੜਾ ਠੀਕ ਹੋ ਚੁੱਕਾ ਜੀ ਅਤੇ 85,883 ਕੰਫਰਮ ਜਿਹੜੇ ਕੇਸ ਇੰਡੀਆ ਦੇ ਵਿੱਚ ਆ ਚੁੱਕੇ ਨੇ। ਵੱਧਦੇ ਹਾਂ ਜੀ ਅਗਲੀਆਂ ਖਬਰਾਂ ਵੱਲ। ਸਭ ਤੋਂ ਪਹਿਲੀ ਜੋ ਖਬਰ ਇਟਲੀ ਦੇ ਵਿੱਚ ਆ ਰਹੀ ਹੈ ਉਹ ਹੈ ਜੀ ਕਿ ਇਟਲੀ ਦੇ ਵਿੱਚ 18 ਸਾਲ ਦੀ ਕੁੜੀ ਜਿਹਦੇ ਵੈਕਸੀਨ ਲੱਗੀ ਸੀ ਉਹ ਸੀ ਆਸਟਰਾਜ਼ੇਨੇਕਾ। ਜਿਹੜੀ ਵੈਕਸੀਨ ਲੱਗੀ ਸੀ ਉਹ ਆਸਟਰਾਜ਼ੇਨੇਕਾ ਲੱਗਣ ਵਾਲੀ ਜਿਹੜੀ ਵੈਕਸੀਨ ਵਾਲੀ ਕੁੜੀ ਆ ਉਸ ਦੀ ਮੌਤ ਹੋ ਗਈ ਹੈ ਜੀ। ਅਤੇ ਉਹਦੇ ਵੀ ਜਿਹੜਾ ਬ੍ਰੈਸਟ ਦੇ ਵਿੱਚ ਖੂਨ ਦੀਆਂ ਗੱਠਾਂ ਬਣ ਗਈਆਂ ਸਨ, ਜਿਸ ਦੇ ਕਾਰਨ ਉਹਨੂੰ ਸਾਹ ਦੇ ਵਿੱਚ ਪ੍ਰੋਬਲਮ ਆਈ। ਉਹਦਾ ਆਪਰੇਸ਼ਨ ਵੀ ਕੀਤਾ ਗਿਆ ਸੀ ਤਾਂ ਜੋ ਕਿਸੇ ਨਾ ਕਿਸੇ ਤਰ੍ਹਾਂ ਨੂੰ ਠੀਕ ਕੀਤਾ ਜਾਵੇ, ਪਰ ਫਿਰ ਵੀ ਉਹਨੂੰ ਬਚਾ ਨਹੀਂ ਸਕੇ। ਅੱਜ ਉਹਦੀ ਕੁਛ ਟਾਈਮ ਪਹਿਲਾਂ, ਤਕਰੀਬਨ ਅੱਧੇ ਘੰਟੇ ਪਹਿਲਾਂ ਮੌਤ ਹੋ ਗਈ ਹੈ ਜੀ। ਇਟਲੀ ਦੇ ਵਿੱਚ ਮਿਲਾਨ ਦੇ ਵਿੱਚ ਇੱਕ ਹੌਸਪੀਟਲ ਹੈ ਜੀ, ਲੋਸਪੇਦਾਲੇ ਦੀ ਸਾਕੋ। ਇਟਲੀ ਦਾ ਮਿਲਾਨ ਦਾ ਸਭ ਤੋਂ ਮੇਨ ਇੰਪੋਰਟੈਂਟ ਹੌਸਪੀਟਲ ਹੈ ਜੀ। ਅਤੇ ਉਸ ਤੋਂ ਇੱਕ ਗੱਲ ਆ ਰਹੀ ਹੈ ਜੀ, ਉਹਨਾਂ ਦੇ ਜਿਹੜੇ ਮਾਸੀਮੋ ਗਾਲੀ ਜੀ ਛੂਤ ਦੇ ਬਿਮਾਰੀਆਂ ਦੇ ਐਕਸਪਰਟ ਨੇ, ਉਹਨਾਂ ਨੇ ਇੱਕ ਬਿਆਨ ਕੀਤਾ ਕਿ ਜਿਹੜੀ ਸਿਰਫ ਜਿਹੜਾ ਇਟਲੀ ਦੇ ਵਿੱਚ ਲੱਗ ਰਹੀ ਹੈ ਵੈਕਸੀਨ ਦੇ ਸਿਰ ਉੱਤੇ ਹੀ ਸਾਨੂੰ ਨਹੀਂ ਰਹਿਣਾ ਚਾਹੀਦਾ। ਸਾਨੂੰ ਨਾਲ ਦੀ ਨਾਲ ਜਿਹੜੇ ਟੈਸਟ ਆ ਇਹ ਵੀ ਕਰਨੇ ਚਾਹੀਦੇ ਕਿ ਵੈਕਸੀਨ ਦਾ ਜਿਹੜਾ ਅਸਰ ਕਿੰਨਾ ਹੋ ਰਿਹਾ ਜੀ। ਹੁਣ ਚੱਲਦੇ ਹਾਂ ਜੀ ਅਗਲੀ ਇੱਕ ਗੁੱਡ ਅਪਡੇਟ ਵੱਲ, ਗੁੱਡ ਨਿਊਜ਼ ਵੱਲ ਚੱਲਦੇ ਹਾਂ ਜੀ। ਲੋਂਬਰਦੀਆ ਜਿਹੜਾ ਫੋਂਤਾਨਾ ਨੇ ਆਪਣਾ ਅਨਾਊਂਸਮੈਂਟ ਕੀਤੀ ਹੈ ਕਿ 14 ਜੂਨ ਦਿਨ ਸੋਮਵਾਰ ਤੋਂ ਜਿਹੜਾ ਲੋਂਬਰਦੀਆ ਜੀ ਵਾਈਟ ਜ਼ੋਨ ਦੇ ਵਿੱਚ ਚੱਲ ਜਾਣਾ। ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਆਪਣਾ ਲੋਂਬਰਦੀਆ ਵੀ ਵਾਈਟ ਜ਼ੋਨ ਦੇ ਵਿੱਚ ਚੱਲ ਜਾਣਾ ਜੀ ਦਿਨ ਸੋਮਵਾਰ ਤੋਂ। ਅਤੇ ਲੋਂਬਰਦੀਆ ਦੇ ਨਾਲ ਹੋਰ ਵੀ ਜਿਹੜੀਆਂ ਸਟੇਟਾਂ ਨੇ ਉਹਨਾਂ ਨੇ ਵੀ ਵਾਈਟ ਜ਼ੋਨ ਦੇ ਵਿੱਚ ਚੱਲ ਜਾਣੀਆਂ ਨੇ। ਉਹ ਕਿਹੜੀਆਂ ਸਟੇਟਾਂ ਨੇ ਜੀ? ਉਹ ਨੇ ਲਾਤਸੀਓ, ਪੀਏਮੋਂਤੇ, ਐਮੀਲੀਆ ਰੋਮਾਨੀਆ ਅਤੇ ਪ੍ਰੋਵਿੰਚਾ ਆਟੋਨੋਮਾ ਦੀ ਟ੍ਰੇਂਟੋ। ਇਹਨਾਂ ਨੇ ਪੀਲੇ ਜ਼ੋਨ ਨੂੰ ਛੱਡ ਕੇ ਚਿੱਟੇ ਜ਼ੋਨ ਦੇ ਵਿੱਚ ਹੋ ਜਾਣਾ। ਕਹਿਣ ਦਾ ਭਾਵ ਕਿ ਹਰ ਤਰ੍ਹਾਂ ਦੀ ਜਿਹੜੀ ਲੱਗੀ ਹੋਈ ਪਾਬੰਦੀ ਉਹ ਖਤਮ ਹੋ ਜਾਣੀ ਹੈ।
ਅਗਲੀ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆਪਣਾ ਆ ਰਿਹਾ ਜੀ ਲੋਤੇਰੀਆ ਦੇਲੀ ਸਕੁੰਤਰੀਨੀ। ਲੋਤੇਰੀਆ ਦੇਲੀ ਸਕੁੰਤਰੀਨੀ ਦੇ ਵਿੱਚ ਇੱਕ ਵਾਰ ਫਿਰ ਜਿੱਤ ਪ੍ਰਾਪਤ ਹੋਈ ਹੈ ਜੀ। ਬੰਦਿਆਂ ਨੂੰ ਪੈਸੇ ਮਿਲੇ ਨੇ, ਜਿਹੜੇ ਤੁਸੀਂ ਆਪਣਾ ਕੈਸ਼ ਕਰ ਰਹੇ ਸੀਗੇ ਉਹਨਾਂ ਨੂੰ ਪੈਸੇ ਮਿਲੇ ਨੇ। 1 ਲੱਖ ਯੂਰੋ ਤੱਕ ਬੰਦਿਆਂ ਨੇ ਜਿੱਤਿਆ ਜੀ। ਲੱਕੀ ਵਿਨਰ ਆ ਜਿਹੜੇ, ਉਹਨਾਂ ਦੀ ਕੋਸ਼ਿਸ਼ ਕਰਾਂਗੇ ਅਸੀਂ ਦੇਖਦੇ ਹਾਂ ਜੀ ਤੁਹਾਨੂੰ ਉਹ ਕਾਨੂੰਨ ਉਹ ਡਾਕੂਮੈਂਟ ਜੋ ਸਾਡੇ ਹੱਥ ਲੱਗਾ, ਜਿਹਦੇ ਵਿੱਚ ਲਿਖਿਆ ਗਿਆ ਜੀ। ਆ ਤੁਸੀਂ ਦੇਖ ਸਕਦੇ ਹੋ, diritto di rientro nel proprio paese di residenza। ਜਿਸ ਵੀ ਦੇਸ਼ ਦੇ ਵਿੱਚ ਅਸੀਂ ਰਹਿੰਦੇ ਹਾਂ ਉਹਦੇ ਵਿੱਚ ਸਾਨੂੰ ਵਾਪਸ ਆਉਣ ਦਾ ਹੱਕ ਆ, ਸਾਨੂੰ ਵਾਪਸ ਆਉਣ ਦਾ ਅਧਿਕਾਰ ਆ। ਇਹ ਜਿਹੜਾ ਅਸੀਂ ਨਹੀਂ ਕਹਿ ਰਹੇ, ਇਹ ਜਿਹੜੀ ਇੰਟਰਨੈਸ਼ਨਲ ਬੰਦਿਆਂ ਦੇ ਕਾਨੂੰਨ ਨੇ ਉਹਨਾਂ ਦੇ ਵਿੱਚ ਲਿਖੀਆਂ ਹੋਈਆਂ ਧਾਰਾਵਾਂ ਦੱਸੀਆਂ ਜਾ ਰਹੀਆਂ ਨੇ। ਕਹਿਣ ਦਾ ਮਤਲਬ ਕਿ ਇਹ ਲਿਖਿਆ ਕਿ ਕੋਈ ਵੀ ਬੰਦਾ ਇਸ ਗੱਲ ਨੂੰ ਨਕਾਰ ਨਹੀਂ ਸਕਦਾ, ਜੇਕਰ ਕਿਸੇ ਬੰਦੇ ਨੇ ਆਉਣਾ ਹੋਵੇ ਤਾਂ ਉਹ ਬੰਦਾ ਵਾਪਸ ਆ ਸਕਦਾ ਹੈ ਜੀ। ਅਤੇ ਇਹਦੇ ਵਿੱਚ ਕਮਿਸ਼ੀਓਨੇ ਯੂਰੋਪੀਆ, ਜਿਹੜੇ ਯੂਰਪ ਦੀ ਕਮਿਸ਼ਨ ਆ, ਇਹਨਾਂ ਦੇ ਵਿੱਚ ਵੀ 30 ਮਾਰਚ 2020 ਨੂੰ ਦੱਸਿਆ ਗਿਆ ਹੈ ਕਿ ਜਿੰਨੇ ਵੀ ਯੂਰਪ ਦੇ ਸਟੇਟਾਂ ਨੇ, ਜਿੰਨੇ ਵੀ ਯੂਰਪ ਦੇ ਦੇਸ਼ ਨੇ, ਉਹਨਾਂ ਨੂੰ ਸਾਰਿਆਂ ਨੂੰ ਕੀ ਕਰਨ ਦੀ ਲੋੜ ਆ, ਜਿਹੜੇ ਬੰਦੇ ਵਾਪਸ ਗਏ ਨੇ ਉਹਨਾਂ ਨੂੰ ਵਾਪਸ ਬੁਲਾਉਣ ਦੀ ਲੋੜ ਆ। ਚਾਹੇ ਉਹ ਇਟਾਲੀਅਨ ਹੋਣ, ਚਾਹੇ ਉਹ ਜਰਮਨ ਦੇ ਬੰਦੇ ਹੋਣ, ਵਸਨੀਕ ਹੋਣ, ਜਾਂ ਫਿਰ ਉਹ ਗੈਰ ਮੁਲਕੀ ਵੀ ਹੋ ਸਕਦੇ, ਜਿੱਦਾਂ ਇੰਡੀਆ ਦੇ, ਪਾਕਿਸਤਾਨ ਦੇ ਜਾਂ ਕਿਸੇ ਹੋਰ ਕੰਟਰੀ ਦੇ ਵੀ ਹੋ ਸਕਦੇ ਆ। ਉਹਨਾਂ ਨੂੰ ਜਿਹੜਾ ਵਾਪਸ ਇਹਨਾਂ ਨੂੰ ਮੰਗਾਉਣਾ ਪੈਣਾ, ਉਹਨਾਂ ਨੂੰ ਉੱਥੇ ਨਹੀਂ ਰੱਖ ਸਕਦੇ। ਅਸੀਂ ਦੇਖਦੇ ਹਾਂ ਇਹਦੇ ਵਿੱਚ ਜ਼ਿਆਦਾਤਰ ਜਿਹੜਾ ਨਹੀਂ ਲਿਖਿਆ, ਇਹਨਾਂ ਨੇ ਲਿਖਿਆ ਵੀ ਜੇਕਰ ਇਟਾਲੀਅਨ ਬਾਹਰ ਫਸ ਜਾਂਦੇ ਆਪੱਤੀ ਕਾਲ ਦੇ ਵਿੱਚ, ਐਮਰਜੈਂਸੀ ਦੇ ਵਿੱਚ, ਇਹ ਕਾਨੂੰਨ ਜਿਹੜੇ ਦੱਸੇ ਗਏ ਨੇ ਉਹਨਾਂ ਦੇ ਲਈ ਨੇ। ਪਰ ਇਹਨਾਂ ਦੇ ਵਿੱਚ ਜੇਕਰ ਸਜੋਰਨ ਐਕਸਪਾਇਰ ਹੋ ਜਾਂਦੀ ਆ ਤਾਂ ਉਹਦੇ ਬਾਰੇ ਵੀ ਦੱਸਿਆ ਗਿਆ। ਅਤੇ ਇਸ ਪੈਰੇ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਬੰਦੇ ਮੈਡੀਚੀ ਹੁੰਦੇ ਆ, ਜਿਹੜੇ ਡਾਕਟਰ ਹੁੰਦੇ ਆ, ਜਾਂ ਫਿਰ ਜਿਹੜੇ ਟਰਾਂਸਫਰ ਦਾ ਕੰਮ ਕਰਦੇ ਆ, ਉਸ ਤੋਂ ਬਾਅਦ ਪਰਸਨਲ ਜਿਹੜੇ ਵਿਅਜਾਂਤੀ ਹੁੰਦੇ ਆ, ਜਾਂ ਸੀਜ਼ਨ ਵਾਲੇ ਕੰਮ, ਐਗਰੀਕਲਚਰ ਦੇ ਜਿਹੜੇ ਸੀਜ਼ਨ ਵਾਲੇ ਬੰਦੇ ਹੁੰਦੇ, ਇਹਨਾਂ ਨੂੰ ਆਹ ਲਿਖਿਆ ਜੀ ਲਵਰਾਤੋਰੀ ਦੀ ਸਟਾਜੋਨਾਲੀ ਐਗਰੀਕੁਲਤੂਰਾ। ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਜਾਂ ਫਿਰ ਡਿਪਲੋਮੈਟਿਕ ਹੁੰਦੇ ਆ, ਮਿਲਟਰੀ ਵਾਲੇ ਬੰਦੇ ਆ, ਜਾਂ ਫਿਰ ਹਿਊਮਨ ਰਾਈਟ ਵਾਲੇ ਬੰਦੇ ਆ, ਇਹਨਾਂ ਬੰਦਿਆਂ ਨੂੰ ਵੀ ਕਿਸੇ ਵੀ ਕਾਰਨ ਦੇ ਨਾਲ ਇੰਡੀਆ ਦੇ ਵਿੱਚ ਰੋਕਿਆ ਨਹੀਂ ਜਾ ਸਕਦਾ। ਜੇਕਰ ਤੁਹਾਡਾ ਸੀਜ਼ਨਲ ਵਰਕ ਪਰਮਿਟ ਵੀਜ਼ਾ ਲੱਗਾ ਤਾਂ ਤੁਹਾਨੂੰ ਇੰਡੀਆ ਦੇ ਵਿੱਚ ਰੋਕ ਨਹੀਂ ਸਕਦੇ। ਤੁਸੀਂ ਨੋਰਮਲੀ ਜਿਹੜੀ ਫਲਾਈਟ ਫੜ ਕੇ ਆ ਸਕਦੇ ਆ ਜੀ। ਇਸ ਲਾਈਨ ਦੇ ਵਿੱਚ ਦੱਸਿਆ ਗਿਆ ਜੀ ਕਿ ਜਿਹੜੀ ਸਰਕਾਰ ਹੈ, ਇਟਾਲੀਅਨ ਦੀ ਸਰਕਾਰ ਨੂੰ ਜਿਹੜਾ ਟਰਾਂਸਪੋਰਟ ਦੇ ਨਾਲ ਨਾਲ ਹਰ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿੰਨੇ ਵੀ ਇਟਾਲੀਅਨ ਬਾਹਰ ਫਸੇ ਹੋਏ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ। ਪਰ ਇਹ ਸਿਰਫ ਇਟਾਲੀਅਨ ਹੀ ਨਹੀਂ, ਜਿਹੜੇ ਦੂਸਰੇ ਬੰਦੇ ਆ ਉਹਨਾਂ ਦੇ ਬਾਰੇ ਵੀ ਦੱਸਿਆ ਗਿਆ ਜੀ। ਹੁਣ ਉਹਨਾਂ ਵੱਲ ਚੱਲਦੇ ਆ। ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਇਸ ਕਾਨੂੰਨ ਦੇ ਵਿੱਚ ਸਾਡੇ ਇੱਕ ਹੋਰ ਹੱਥ ਲੱਗੀ ਹੈ ਜੀ। ਆਰਟੀਕਲ 4,6 ਜਿਹੜਾ ਧਾਰਾ TPSM 17 ਮਈ 2020 ਦੇ ਵਿੱਚ ਆਇਆ ਸੀ। ਉਹਦੇ ਵਿੱਚ ਕੀ ਲਿਖਿਆ ਸੀ? ਹਰ ਉਹ ਇਟਾਲੀਅਨ ਬੰਦਾ ਜੋ ਕਿ ਇਟਲੀ ਦੇ ਵਿੱਚ ਆ ਰਿਹਾ ਜੀ, ਜੇਕਰ ਉਹਨੂੰ ਇਜ਼ੋਲਾਮੈਂਟੋ ਫਿਦੂਚਾਰੀਓ, ਜੇਕਰ ਉਹਨੂੰ ਕੁਆਰੰਟਾਈਨ ਕੀਤਾ ਜਾਵੇ, ਉਹਨੂੰ ਕੁਆਰੰਟਾਈਨ ਕਰਨ ਦੇ ਲਈ ਜਗ੍ਹਾ ਪੁੱਛੀ ਜਾਵੇ, ਇਹ ਨੌਨ ਡਿਸਪੋਂਗਾ ਦੀ ਪ੍ਰੋਪਰਟੀ, ਜੇਕਰ ਉਸ ਦੇ ਕੋਲ ਆਪਣਾ ਘਰ ਨਾ ਹੋਵੇ ਜਿੱਥੇ ਉਹਨੇ ਕੁਆਰੰਟਾਈਨ ਹੋਣਾ, ਤਾਂ ਫਿਰ ਉਹਨੂੰ ਜਿਹੜਾ ਕੁਆਰੰਟਾਈਨ ਵਾ ਰਿਕੁਐਸਟ ਕਰਨਾ ਪੈਣਾ, ਸਿਵਲ ਪ੍ਰੋਟੈਕਸ਼ਨ ਨੂੰ ਕਹਿਣਾ ਪੈਣਾ ਕਿ ਮੇਰੇ ਕੋਲ ਘਰ ਨਹੀਂ ਹੈਗਾ। ਫਿਰ ਉਸ ਸਿਚੁਏਸ਼ਨ ਦੇ ਵਿੱਚ ਕੀ ਆ ਜੀ, ਉਹਨੂੰ ਕੁਆਰੰਟਾਈਨ ਕਰਨ ਦੇ ਲਈ ਕਿਸੇ ਕੋਵਿਡ ਹੋਟਲ ਦੇ ਵਿੱਚ ਰੱਖਿਆ ਜਾਣਾ। ਪਰ ਕੀ ਆ ਜੀ, ਮਾ ਦੁਬਰਾ ਪੋਈ ਪ੍ਰੋਵੇਦੇਰੇ ਦਾ ਸੋਲੋ ਰਿੰਬੋਰਸੋ ਦੈਲ ਦੋਵੋਤੋ, ਜੇਕਰ ਉਹ ਰਿਕੁਐਸਟ ਕਰਦਾ, ਸਰਕਾਰ ਨੂੰ ਫਰਿਆਦ ਕਰਦਾ ਕਿ ਮੇਰੇ ਰਹਿਣ ਲਈ ਜਗ੍ਹਾ ਹੈ ਨਹੀਂ, ਮੈਂ ਕਿੱਥੇ ਰਹਾਂ, ਤਾਂ ਫਿਰ ਜਿਸ ਜਗ੍ਹਾ 'ਤੇ ਉਹਨੂੰ ਰੱਖਿਆ ਗਿਆ ਤਾਂ ਫਿਰ ਉਸ ਜਗ੍ਹਾ ਦੇ ਪੈਸੇ ਭੁਗਤਾਨ ਬੰਦੇ ਨੇ ਹੀ ਕਰਨੇ ਨੇ। ਇਹ ਇਟਾਲੀਅਨ ਦੇ ਲਈ ਜੇਕਰ ਵੈਲਿਡ ਆ ਤਾਂ ਆਪਣੇ ਬੰਦਿਆਂ ਲਈ ਵੀ ਇੱਦਾਂ ਹੀ ਵੈਲਿਡ ਹੁੰਦਾ ਜੀ। ਉਸ ਤੋਂ ਬਾਅਦ ਇੱਕ ਹੋਰ ਗੱਲ ਵੀ ਦੱਸੀ ਗਈ ਆ, ਇਸ ਦੇ ਨਾਲ ਇਹ ਵੀ ਗਿਆ ਕਿ ਜਿਹੜੇ ਆਊਟੋਰੀਟਾ ਸਟਾਤਾਲੀ ਆ, ਜਿਹੜੀ ਗੌਰਮੈਂਟ ਹੁੰਦੀ ਆ, ਜਿਹੜੀ ਗੌਰਮੈਂਟ ਵੀ ਜਿਹੜੇ ਸਪੇਸੇ ਦੀ ਟਰਾਂਸਪੋਰਟ ਦੇ ਦੋਮੀਚਿਲੇਜ਼ੀone forzata in quarantena, ਅਤੇ ਜਿਹੜੇ ਆਉਣ ਜਾਣ ਦਾ ਖਰਚਾ ਅਤੇ ਜਿਹੜਾ ਧੱਕੇਸ਼ਾਹੀ ਨਾਲ ਕੁਆਰੰਟਾਈਨ ਕਰਨਾ ਅਤੇ ਵਾਪਸ ਆਉਣ ਦਾ ਜਿਹੜਾ ਖਰਚਾ, ਉਹ ਸਭ ਕੁਛ ਗੌਰਮੈਂਟ ਦੇ ਸਿਰ ਹੁੰਦਾ। ਜੇਕਰ ਤੁਸੀਂ ਉੱਥੋਂ ਇੰਡੀਆ ਤੋਂ ਆਉਂਦੇ ਇਟਲੀ ਦੇ ਵਿੱਚ, ਸਰਕਾਰ ਕਹਿੰਦੀ ਕੁਆਰੰਟਾਈਨ ਹੋਣਾ, ਤੁਹਾਡੇ ਕੋਲ ਜਗ੍ਹਾ ਨਹੀਂ ਹੈਗੀ ਕੁਆਰੰਟਾਈਨ ਹੋਣਾ, ਤਾਂ ਫਿਰ ਤੁਸੀਂ ਉਹਨਾਂ ਨੂੰ ਰਿਕੁਐਸਟ ਕਰਦੇ, ਉਹਨਾਂ ਨੂੰ ਅਰਜ਼ੀ ਕਹਿੰਦੇ ਕਿ ਸਾਨੂੰ ਕਿਸੇ ਪਾਸੇ ਕੁਆਰੰਟਾਈਨ ਕਰੋ। ਉਸ ਸਿਚੁਏਸ਼ਨ ਦੇ ਵਿੱਚ ਜਿੱਥੇ ਤੁਹਾਨੂੰ ਰੱਖਦੇ ਆ ਤਾਂ ਫਿਰ ਜਿਹੜੇ ਪੈਸੇ ਆ ਤੁਹਾਨੂੰ ਦੇਣੇ ਪੈਣੇ ਆ। ਨਹੀਂ ਤਾਂ ਇਹ ਜੇ ਸਰਕਾਰ ਤੁਹਾਨੂੰ ਆਪ ਕਿਸੇ ਪਾਸੇ ਭੇਜਦੀ ਆ ਤਾਂ ਉਹ ਕੁਆਰੰਟਾਈਨ ਦੇ ਪੈਸੇ ਤੁਸੀਂ ਨਹੀਂ ਦੇਣੇ, ਉਹ ਜਿਹੜਾ ਆ ਆਊਟੋਰੀਟਾ ਸਟਾਤਾਲੀ ਆ ਜਿਹੜੇ ਉਹਨਾਂ ਦੇ ਸਿਰ ਪੈਣੀ ਆ। ਡਿਪੈਂਡ ਕਰਦਾ, ਲਿਖਿਆ ਗਿਆ ਜੀ ਵਾਲੂਤਾਰੇ ਕਾਜ਼ੋ ਪਰ ਕਾਜ਼ੋ ਪੇ, ਇੱਕ ਬੰਦੇ ਦੇ ਹਿਸਾਬ ਦੇ ਨਾਲ ਉਹਨਾਂ ਨੇ ਡਿਸਾਈਡ ਕਰਨਾ ਵੀ ਜਿਹੜੇ ਇਹਨਾਂ ਦੇ ਸਪੇਸ ਦੀ ਟਰਾਂਸਪੋਰਟ ਤੋਂ ਜਿਹੜਾ ਉਹਨਾਂ ਨੂੰ ਲੈ ਕੇ ਜਾਣਾ, ਅਤੇ ਦੋਮੀਚਿਲੇਜ਼ੀone ਜਿਹੜਾ forzata in quarantena, ਜਿਹੜਾ ਉਹਨੂੰ ਧੱਕੇਸ਼ਾਹੀ ਨਾਲ ਬਿਠਾਇਆ ਗਿਆ, ਉਹ ਜਿਹੜਾ ਸਾਰਾ ਬੰਦੇ ਨੂੰ ਹੀ, ਜਿਹੜਾ ਗੌਰਮੈਂਟ ਨੂੰ ਹੀ ਦੇਣਾ ਪੈਣਾ।
ਇਹ ਸੀ ਇਟਾਲੀਅਨ। ਜੇਕਰ ਬੰਦੇ ਬਾਹਰੋਂ ਗੈਰ ਮੁਲਕੀ ਅਸੀਂ ਇੰਡੀਅਨ ਦੀ ਗੱਲ ਕਰਦੇ ਹਾਂ, ਜੇਕਰ cittadino straniero ਜਿਹੜਾ ਬੰਦਾ ਬਾਹਰ ਇਟਲੀ ਤੋਂ ਰਹਿ ਰਿਹਾ ਆ, ਉਹਦਾ ਕੀ ਹੈ ਜੀ, ਆਇਲ diritto di fare rientro nel nostro paese। ਇਟਲੀ ਦੇ ਵਿੱਚ ਆਉਣ ਦੇ ਲਈ ਉਹਦਾ ਪੂਰਾ ਹੱਕ ਹੈ, ਉਹਦਾ ਪੂਰਾ ਅਧਿਕਾਰ ਹੈ ਜੀ। ਇਹ ਜਿੰਨੇ ਵੀ ਕਾਨੂੰਨ ਨੇ, ਜਿੰਨੀਆਂ ਵੀ ਧਾਰਾਵਾਂ ਨੇ, ਤੁਸੀਂ ਸਾਰੀਆਂ ਦੇਖ ਸਕਦੇ ਹੋ ਕਿ 2 ਮਾਰਚ 2020 ਪਿਛਲੇ ਸਾਲ ਨੂੰ ਜਿਸ ਟਾਈਮ ਐਮਰਜੈਂਸੀ ਲਾਗੂ ਸੀ, ਅਤੇ ਹੁਣ ਵੀ ਸਭ ਕੁਛ ਵੈਲਿਡ ਆ। ਤੁਸੀਂ ਇਹਨਾਂ ਡਿਕਰੇਤੋ 2 ਮਾਰਚ 2020 NDR ਜਾਂ ਡਿਕਰੇਤੋ ਲੈਜੇ 2 ਮਾਰਚ 2020 ਦੇ ਨੰਬਰ 9 ਨੂੰ, ਸਾਰੀਆਂ ਨੂੰ, ਇਹਨਾਂ ਧਾਰਾਵਾਂ ਨੂੰ ਸਰਕਾਰ ਦੇ ਮੂਹਰੇ ਰੱਖ ਸਕਦੇ। ਇਹਨਾਂ ਦੇ ਵਿੱਚ ਕੀ ਲਿਖਿਆ ਸੀ, ਸੋਨੋ ਸੋਸਪੇਜੀ per la durata di 30 giorni। 1 ਮਹੀਨੇ ਦੇ ਲਈ ਸਰਕਾਰ ਨੇ ਸਭ ਕੁਝ ਬੰਦ ਕਰਤਾ ਸੀ ਕਿ ਸਜੋਰ ਨੂੰ ਰਿਨਿਊ ਕਰਵਾਉਣੀ ਹੈ ਕਿਸੇ ਨੇ। ਇਹਨਾਂ ਦੇ ਵਿੱਚ ਇਹ ਲਿਖਿਆ, ਜੇਕਰ ਕਿਸੇ ਬੰਦੇ ਨੇ ਸਜੋਰ ਨੂੰ ਨਿਊ ਕਰਵਾਉਣੀ ਹੈ ਜਾਂ ਫਿਰ ਬੰਦੇ ਨੇ ਆਪਣੇ ਸਜੋਰ ਨੂੰ ਪਹਿਲੀ ਵਾਰ ਲੈਣੀ ਆ, ਤਾਂ ਜਾਂ ਬੰਦਾ ਇਟਲੀ 'ਚ ਪਹਿਲੀ ਵਾਰ ਆਇਆ ਤਾਂ 8 ਦਿਨਾਂ ਦੇ ਵਿੱਚ ਉਹਨੂੰ ਐਂਟਰੀ ਪ੍ਰੈਫੈਕਟੂਰੇ 'ਚ ਕਰਾਉਣੀ ਆ। 1 ਮਹੀਨੇ ਦੇ ਲਈ ਇਹ ਸਾਰੀਆਂ ਚੀਜ਼ਾਂ ਸਸਪੈਂਡ ਕਰ ਦਿੱਤੀਆਂ ਗਈਆਂ ਸੀ। ਉਸ ਤੋਂ ਬਾਅਦ ਸਜੋਰ ਨੂੰ ਜਿਹੜੀ ਰਿਨਿਊ ਕਰਨ ਦਾ ਟਾਈਮ ਸੀਗਾ ਵੱਧ ਤੋਂ ਵੱਧ 60 ਦਿਨ ਦਾ ਸੀ, ਉਹਨੂੰ ਵੀ ਕੱਟ ਦਿੱਤਾ ਗਿਆ ਸੀ ਕਿ ਤੁਸੀਂ ਬਾਅਦ ਵਿੱਚ ਵੀ ਰਿਨਿਊ ਕਰਵਾ ਸਕਦੇ ਹੋ। ਅਤੇ ਇਹਦੇ ਨਾਲ ਨਾਲ ਉਹਨੇ ਇਹ ਵੀ ਦੱਸਿਆ ਸੀ ਕਿ ਜਿਹੜੇ ਸਜੋਰ ਨੂੰ ਜਿਸ ਟਾਈਮ ਅਪਲਾਈ ਕਰਦੇ ਆ ਤਾਂ 2020 ਦੇ ਵਿੱਚ 60 ਦਿਨਾਂ ਦੇ ਵਿੱਚ ਹਾਂ ਜਾਂ ਨਾ ਦਾ ਟਾਈਮ ਦੇਣਾ ਸੀ ਕਿ ਤੁਹਾਨੂੰ ਸਜੋਰ ਨੂੰ ਮਿਲਣੀ ਆ। ਤਾਂ ਇਹ ਵੀ ਰਿਨਿਊ ਕਰਨ ਦੀ ਜਾਂ ਪਹਿਲੀ ਸਜੋਰ ਨੂੰ ਦੇਣ ਦਾ ਟਾਈਮ ਇਹਨਾਂ ਨੇ ਬੰਦ ਕਰ ਦਿੱਤਾ ਹੈ। ਹੋ ਸਕਦਾ ਹੈ 60 ਦਿਨਾਂ ਤੋਂ ਤੁਹਾਨੂੰ ਸਾਲ ਲੱਗ ਜਾਵੇ, 1.5 ਸਾਲ ਵੀ ਦੇ ਸਕਦੇ ਆ। ਕਹਿਣ ਦਾ ਮਤਲਬ 6 ਮਹੀਨੇ ਵੀ ਲਾ ਸਕਦੇ ਸੀ। ਸਰਕਾਰ ਨੇ 2 ਮਾਰਚ ਨੂੰ ਇਹ ਕਾਨੂੰਨ ਬਣਾਏ ਸੀ। ਅਤੇ ਇਸ ਜਗ੍ਹਾ ਦੇ ਵਿੱਚ ਆਰਟੀਕਲ 103 ਜਿਹੜਾ 17 ਮਈ 2020 ਦਾ ਹੀ ਨੰਬਰ 18 ਦੇ ਵਿੱਚ ਦੱਸਿਆ ਕਿ ਜਿੰਨੀਆਂ ਵੀ ਸਜੋਰਨੋ ਸਾਰਿਆਂ ਦੀਆਂ ਵੈਲਿਡਿਟੀਆਂ 31 ਅਗਸਤ 2020 ਤੱਕ ਕਰ ਦਿੱਤੀਆਂ ਗਈਆਂ ਨੇ। ਹੁਣ ਜਿੰਨੀਆਂ ਵੀ ਵੈਲਿਡਿਟੀਆਂ ਨੇ ਆਪਣੀਆਂ ਪਰਮੈਸੋ ਦੀ ਸਜੋਰਨੋ, ਉਹਨਾਂ ਦੀਆਂ ਸਾਰੀਆਂ ਦੀਆਂ 31 ਜੁਲਾਈ ਜੇ ਤੱਕ, ਮੈਨੂੰ ਲੱਗਦਾ ਜੁਲਾਈ ਦੇ ਐਂਡ ਤੱਕ 2021 ਤੱਕ ਸਾਰਿਆਂ ਦੀਆਂ ਵੈਲਿਡਿਟੀਆਂ ਨੇ। ਅਗਲੇ ਹੁਣ ਚੱਲਦੇ ਜੇਕਰ ਐਕਸਪਾਇਰ ਹੋ ਜਾਂਦੀ ਹੈ ਸਜੋਰਨੋ, ਤੁਹਾਨੂੰ ਉਹਦੇ ਬਾਰੇ ਦੱਸਦੇ ਹਾਂ। ਇਹਦੇ ਵਿੱਚ ਕਾਨੂੰਨ ਬਹੁਤ ਸਾਰੇ ਨੇ ਪਰ ਆਪਾਂ ਮੇਨ ਚੀਜ਼ਾਂ ਹੀ ਦੇਖ ਰਹੇ ਹਾਂ। ਸਾਡੇ ਜਿਹੜੀ ਮੇਨ ਗੱਲ ਹੈ ਉਹ ਹੈ ਜੀ ਰੀਐਂਟਰੋ ਇਨ ਇਟਾਲੀਆ ਦੀ cittadini stranieri regolarmente residenti nel territorio con permesso di soggiorno scaduto prima del 31 agosto 2020। ਇਹਦੇ ਵਿੱਚ 31 ਅਗਸਤ 2020 ਦੀ ਜਗ੍ਹਾ ਅਸੀਂ ਰੱਖਦੇ ਹਾਂ 31 ਜੁਲਾਈ 2021, ਤਾਂ ਜੋ ਸਾਡੇ ਦਿਮਾਗ ਦੇ ਵਿੱਚ ਰਹੇ ਕਿ ਅਸੀਂ 31 ਅਗਸਤ 2020 ਦੀ ਨਹੀਂ, ਹੁਣ ਐਕਸਪਾਇਰ ਡੇਟ ਆ ਜਿਹੜੀ 31/7/2021 ਦੀ ਗੱਲ ਕਰ ਰਹੇ ਹਾਂ ਜੀ। ਅੱਛਾ, ਇਹਦੇ ਵਿੱਚ ਕੀ ਲਿਖਿਆ ਜੀ, ਉਹ ਵੀ ਅਸੀਂ ਹੁਣ ਧਿਆਨ ਦੇ ਨਾਲ ਦੇਖ ਲੈਂਦੇ ਹਾਂ। ਇਹਦੇ ਵਿੱਚ ਲਿਖਿਆ ਜੀ, ਜਿਹੜੇ ਵੀ ਬੰਦੇ ਜਿਨ੍ਹਾਂ ਦੇ ਕੋਲ ਪਰਮੈਸੋ ਦੀਆਂ ਸਜੋਰਨੋਆਂ ਨੇ ਅਤੇ ਉਹਨਾਂ ਦੀਆਂ ਜਿਹੜੀਆਂ ਸਜੋਰਨੋਆਂ 31 ਅਗਸਤ 2020 ਇਸ ਸਿਚੁਏਸ਼ਨ ਦੇ ਵਿੱਚ 31 ਜੁਲਾਈ 2021 ਉਹ ਪਹਿਲਾਂ ਮੁੱਕ ਰਹੀਆਂ ਨੇ, ਉਹ ਇਟਲੀ ਦੇ ਵਿੱਚ ਆ ਸਕਦੇ ਨੇ 31 ਜੁਲਾਈ 2021 ਦੇ ਵਿੱਚ। ਜਿੰਨੇ ਵੀ ਬੰਦੇ ਇੰਡੀਆ ਦੇ ਵਿੱਚ ਫਸੇ ਨੇ ਉਹਨਾਂ ਦੀਆਂ ਸਜੋਰਨੋਂ ਇੰਡੀਆ ਦੇ ਵਿੱਚ ਐਕਸਪਾਇਰ ਹੋ ਗਈਆਂ ਨੇ, ਉਹ 31 ਜੁਲਾਈ 2021 ਤੱਕ ਇਟਲੀ ਦੇ ਵਿੱਚ ਵਾਪਸੀ ਕਰ ਸਕਦੇ ਆ। ਪਰ 17 ਮਈ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਇਟਲੀ ਦੇ ਵਿੱਚ 14 ਦਿਨਾਂ ਦਾ ਕੁਆਰੰਟਾਈਨ ਕਰਨਾ ਪੈਣਾ ਜੀ। ਹੁਣ ਜੋ ਕਿ 14 ਦਿਨਾਂ ਤੋਂ ਕੱਟ ਕੇ ਇਹ 10 ਦਿਨਾਂ ਦਾ ਕਰ ਦਿੱਤਾ ਗਿਆ ਜੀ। ਇਹਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਜੇਕਰ ਤੁਸੀਂ ਡਾਇਰੈਕਟ ਫਲਾਈਟ ਲੈ ਰਹੇ ਆ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਣੀ। ਇੰਡੀਆ ਤੋਂ ਡਾਇਰੈਕਟ ਇਟਲੀ ਨੂੰ ਜਿਹੜੀ ਫਲਾਈਟ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਣੀ। ਅਲ ਕੰਟਰਾਰੀਓ ਪ੍ਰੋਬਲਮ ਕਿੱਥੇ ਆਉਂਦੀਆਂ, ਜੇਕਰ ਤੁਸੀਂ ਜਿਹੜੀ ਤੁਹਾਡੀ ਸਜੋਰਨੋ ਆ ਉਹਦੀ ਜਿਹੜੀ ਐਕਸਪਾਇਰ ਡੇਟ ਵਾ 1 ਦਿਨ ਬਾਅਦ ਦੀ ਹੋਵੇ। ਕਹਿਣ ਦਾ ਮਤਲਬ ਇਟਲੀ ਦੇ ਨੇ ਐਮਰਜੈਂਸੀ ਦੇ ਹਿਸਾਬ ਦੇ ਨਾਲ 31 ਜੁਲਾਈ ਤੱਕ ਸਜੋਰਨੋਆਂ ਕੀਤੀਆਂ ਨੇ। ਜੇਕਰ ਤੁਹਾਡੀ 1 ਅਗਸਤ ਹਾਂਜੀ, ਜੇਕਰ ਤੁਹਾਡੀ ਸਜੋਰਨੋਆਂ ਜਿਹੜੀ ਟਿਕਟ ਤੁਹਾਨੂੰ ਮਿਲਦੀ ਆ 1 ਅਗਸਤ 2021 ਦੀ, ਫਿਰ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਫਿਰ ਚਾਹੇ ਜਿਹੜਾ ਤੁਹਾਡਾ ਡਾਇਰੈਕਟ ਹੋਵੇ, ਚਾਹੇ ਤੁਹਾਡੀ ਜਿਹੜੀ ਫਲਾਈਟ ਫਿਰ ਭਾਵੇਂ ਡਾਇਰੈਕਟ ਹੋਵੇ। ਕੋਸ਼ਿਸ਼ ਕਰਿਓ ਜਿਨ੍ਹਾਂ ਦੀਆਂ ਸਜੋਰਨੋਂ ਐਕਸਪਾਇਰ ਹੋਈਆਂ 31 ਜੁਲਾਈ ਤੋਂ ਪਹਿਲਾਂ ਇਟਲੀ ਦੇ ਵਿੱਚ ਵਾਪਸ ਆਉਣ ਦੀ। ਇਟਲੀ ਦੀ ਜਿਹੜੀ ਸਰਕਾਰ ਹੈ ਇਸ ਲਾਈਨ ਦੇ ਵਿੱਚ ਲਿਖਿਆ ਗਿਆ ਲਾ ਕੰਪਾਈਆਂ del vettore italiano, ਕੰਪਾਈਆਂ del vettore italiano। ਇਟਲੀ ਦੀ ਜੋ ਸਰਕਾਰ ਆ ਉਹਨੇ ਜਿਹੜਾ ਬੰਦਾ ਬਾਹਰ ਜਿਹਦੀ ਸਜੋਰਨੋਂ ਐਕਸਪਾਇਰ ਹੋ ਗਈ ਆ, ਕੋਈ ਇੰਡੀਅਨ ਬੰਦੇ ਇੰਡੀਆ ਦੇ 'ਚ ਰਹਿ ਗਏ ਨੇ, ਸਜੋਰਨੋਂ ਐਕਸਪਾਇਰ ਹੋ ਗਈਆਂ, ਤਾਂ ਸਰਕਾਰ ਨੇ ਆਪ ਉਹਨਾਂ ਦੇ ਲਈ ਟਿਕਟ ਬਣਾਉਣੀ ਆ ਅਤੇ ਉਹਨਾਂ ਨੂੰ ਭੇਜਣੀ ਆ। ਪਰ ਇੱਦਾਂ ਦਾ ਕੰਮ ਬਹੁਤ ਹੀ ਘੱਟ ਹੁੰਦਾ ਕਿ ਸਰਕਾਰ ਟਿਕਟ ਬਣਾਵੇ ਅਤੇ ਉਹ ਬੰਦਾ ਆਪਣਾ ਉੱਥੋਂ ਉਸ ਤਰੀਕ ਨੂੰ ਤੁਰ ਪਵੇ। ਪਰ ਜਿਹੜੀ ਇਟਲੀ ਦੀ ਜਿਹੜੀ ਬਾਰਡਰ ਪੁਲਿਸ ਹੁੰਦੀ ਆ ਉਹ ਬੰਦੇ ਨੂੰ ਰੋਕ ਨਹੀਂ ਸਕਦੀ, ਕਿਉਂਕਿ ਤੁਹਾਡੀ ਜਿਹੜੀ ਸਜੋਰਨੋ 31 ਜੁਲਾਈ ਤੱਕ ਵੈਲਿਡ ਆ। ਇਸ ਗੱਲ ਦਾ ਖਿਆਲ ਰੱਖਿਓ, ਤੁਹਾਡੀਆਂ ਜਿੰਨੀਆਂ ਦੀਆਂ ਵੀ ਸਜੋਰਨੋ ਇੰਡੀਆ ਦੇ ਵਿੱਚ ਐਕਸਪਾਇਰ ਹੋ ਗਈਆਂ ਨੇ, ਤੁਹਾਡੀਆਂ ਸਾਰੀਆਂ ਦੀਆਂ ਜਿਹੜੀਆਂ ਸਜੋਰਨੋਆਂ ਨੇ
31 ਜੁਲਾਈ ਤੱਕ ਵੈਲਿਡ ਨੇ। ਉਸ ਤੋਂ ਬਾਅਦ ਇੱਕ ਵੀ ਦਿਨ ਵੈਲਿਡ ਨਹੀਂ ਰਹਿਣੀਆਂ, ਫਿਰ ਤੁਹਾਨੂੰ ਪ੍ਰੋਬਲਮ ਪੈ ਸਕਦੀ ਆ। ਅਤੇ ਇਸ ਤੋਂ ਬਾਅਦ ਮੇਨ ਪ੍ਰੋਬਲਮ ਜਿਹੜੀ ਆ ਕਿੱਥੇ ਪੈਂਦੀ ਆ ਜੀ, ਉਹ ਪੈਂਦੀ ਆ ਜੇਕਰ ਤੁਸੀਂ ਜਿਹੜੀ ਫਲਾਈਟ ਲੈਂਦੇ ਆ ਕਿਸੇ ਹੋਰ ਕੰਟਰੀ ਦੀ, ਜੇਕਰ ਤੁਸੀਂ ਫਲਾਈਟ ਲੈਂਦੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਸਟੇ ਕਰਨੀ ਪੈ ਜਾਂਦੀ ਹੈ। ਉਸ ਹਿਸਾਬ ਦੇ ਨਾਲ ਦੱਸਿਆ ਜਾ ਰਿਹਾ ਕਿ ਇੰਟਰਨੈਸ਼ਨਲ ਇੰਟਰਨੈਸ਼ਨਲ ਲਾਅ ਦੇ ਹਿਸਾਬ ਦੇ ਨਾਲ ਜਿਹੜੇ ਇਹਨਾਂ ਦੇ ਹੋਏ ਵਾ, ਉਸ ਹਿਸਾਬ ਦੇ ਨਾਲ ਜੇਕਰ ਕਿਸੇ ਵੀ ਬੰਦੇ ਦੇ ਪੇਪਰ ਖਤਮ ਹੋ ਰਹੇ ਆ ਤਾਂ ਬਾਰਡਰ ਤੋਂ ਤੁਹਾਨੂੰ ਨਹੀਂ ਚੜ੍ਹਨ ਹੀ ਨਹੀਂ ਦੇਣਾ। ਮੰਨ ਲਓ ਤੁਹਾਡੇ ਪੇਪਰ ਐਕਸਪਾਇਰ ਹੋਏ ਨੇ, ਤੁਸੀਂ ਦਿੱਲੀ ਤੋਂ ਚੜ੍ਹਨ ਵਾਲੇ ਆ, ਤਾਂ ਤੁਹਾਨੂੰ ਹੋ ਸਕਦਾ ਹੈ ਕਿ ਦਿੱਲੀ ਦੇ ਏਅਰਪੋਰਟ ਤੋਂ ਹੀ ਵਾਪਸ ਮੋੜ ਦੇਣ ਕਿ ਤੁਹਾਡੇ ਪੇਪਰ ਐਕਸਪਾਇਰ ਹੋ ਗਏ ਆ। ਇਸ ਗੱਲ ਤੋਂ ਬਚਣ ਦੇ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ? ਇਸ ਗੱਲ ਤੋਂ ਬਚਣ ਦੇ ਲਈ Si consiglia ai cittadini stranieri di munirsi di un'attestazione dell'ambasciata italiana competente nei modi indicati। ਅੱਛਾ, ਕਹਿੰਦੇ ਜੀ ਇਸ ਕੰਮ ਨੂੰ ਰੋਕਣ ਦੇ ਲਈ ਤੁਹਾਨੂੰ ਕਰਨ ਦੀ ਇਹ ਲੋੜ ਆ ਕਿ ਜਿਹੜਾ ਅੰਬੈਸੀ ਦੇ ਕੋਲ ਜਾਣਾ ਤਾਂ ਉਹਨਾਂ ਦੇ ਕੋਲੋਂ ਕੋਈ ਮੋਹਰ, ਕੋਈ ਸਰਟੀਫਿਕੇਟ, ਕੁਛ ਵੀ ਲਿਖਾ ਕੇ ਲਿਆਓ ਕਿ ਤੁਹਾਡਾ ਜਿਹੜਾ ਪੇਪਰ ਆ, ਤੁਹਾਡਾ ਪੇਪਰ ਵੈਲਿਡ ਆ। ਸਾਨੂੰ ਪਤਾ ਵੈਲਿਡ ਆ, ਪਰ ਜਿਹੜੇ ਇੰਟਰਨੈਸ਼ਨਲ ਕਾਨੂੰਨਾਂ ਦੇ ਹਿਸਾਬ ਨਾਲ ਜਿਹੜੇ ਇਹਨਾਂ ਦੇ ਸਮਝੌਤੇ ਹੋਏ ਆ, ਉਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਨੇ ਹੋ ਸਕਦਾ ਹੈ ਤੁਹਾਨੂੰ ਚੜ੍ਹਨ ਨਾ ਦੇਣ। ਐਗਜ਼ੈਕਟਲੀ ਇਹੀ ਦੱਸਿਆ ਗਿਆ। ਜੇਕਰ ਤੁਸੀਂ ਕੋਈ ਇੱਦਾਂ ਦੀ ਟਿਕਟ ਲੈਂਦੇ ਆ ਜਿਹੜੀ ਇਟਲੀ ਦੇ ਲਈ ਹੋਰ ਕਿਸੇ ਕੰਪਨੀ ਦੀ ਹੈ ਜਿਹਦੇ ਵਿੱਚ ਤੁਹਾਨੂੰ ਸਟੇ ਕਰਨੀ ਪੈਂਦੀ ਆ, ਅਤੇ ਉਹ ਜਿਹੜਾ ਤੁਹਾਡਾ ਸਜੋਰਨੋ ਆ ਪ੍ਰੋਬਲਮ ਪਾ ਸਕਦੀ ਹੈ ਉਹਨਾਂ ਦੇ ਹਿਸਾਬ ਦੇ ਨਾਲ। ਜਿਹੜੀ ਤੁਹਾਡੀ ਸਜੋਰਨੋ ਆ ਉਹ ਸਜੋਰਨੋ ਐਕਸਪਾਇਰ ਹੋਈ ਹੈ। ਇਸ ਕਰਕੇ ਦੱਸਿਆ ਜਾ ਰਿਹਾ ਕਿ ਤੁਸੀਂ ਆਪਣੀ ਜਿਹੜੀ ਇੰਡੀਆ ਦੇ ਵਿੱਚ ਇਟਲੀ ਅੰਬੈਸੀ ਆ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਕੰਟੈਕਟ ਕਰੋ, ਉਹ ਤੁਹਾਨੂੰ ਕੁਛ ਨਾ ਕੁਛ ਦੇਣ। ਦੇ ਤੁਹਾਡੇ ਜਿਹੜੇ ਏਅਰਪੋਰਟ ਆ ਉਹਨਾਂ ਨੂੰ ਕੋਈ ਈਮੇਲ ਕਰਨ। ਜੇ ਤੁਹਾਨੂੰ ਕੁਛ ਪੇਪਰ ਨਹੀਂ ਲਿਖ ਕੇ ਦੇ ਰਿਹਾ ਤਾਂ ਉਹਨਾਂ ਨੂੰ ਕਹੋ ਕਿ ਜਿਹੜਾ ਤੁਸੀਂ ਈਮੇਲ ਕੀਤੀ ਆ ਏਅਰਪੋਰਟ ਨੂੰ, ਉਹਦੀ ਕਾਪੀ ਤੁਹਾਨੂੰ ਦਿੱਤੀ ਜਾਵੇ, ਤਾਂ ਜੋ ਤੁਹਾਨੂੰ ਇੰਡੀਆ ਤੋਂ ਸਪੈਸ਼ਲੀ ਦਿੱਲੀ ਤੋਂ ਨਹੀਂ ਪ੍ਰੋਬਲਮ ਆਉਣੀ ਚਾਹੀਦੀ। ਅੰਮ੍ਰਿਤਸਰ ਤੋਂ ਸ਼ਾਇਦ ਆ ਸਕਦੀ ਆ, ਦਿੱਲੀ ਤੋਂ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਤਾਂ ਤੁਹਾਨੂੰ ਇਹ ਜਿਹੜੀ ਕਾਪੀ ਮੰਗਵਾਉਣੀ ਪੈਣੀ ਆ ਜੀ। ਇੱਕ ਹੋਰ ਬਹੁਤ ਹੀ ਵੱਡਾ ਅਪਡੇਟ ਇਹ ਹੈ ਜੀ ਕਿ ਮਿਨਿਸਟਰ degli affari esterni, ਜਿਹੜਾ ਐਕਸਟਰਨਲ ਅਫੇਅਰ ਦੇ ਮਿਨਿਸਟਰ ਹੁੰਦੇ ਨੇ, ਉਹਨਾਂ ਨੇ ਇੱਕ ਗੱਲ ਦੱਸੀ ਸੀ ਕਿ ਜਿਹੜਾ ਮਿਨਿਸਟਰ ਆ ਉਹਨਾਂ ਨੇ ਸਾਰੀਆਂ ਅੰਬੈਸੀਆਂ ਨੂੰ, ਸਾਰੇ ਦੇਸ਼ਾਂ ਨੂੰ ਇਹ ਗੱਲ ਕਹਿ ਦਿੱਤੀ ਆ ਕਿ ਜਿਨ੍ਹਾਂ ਦੀਆਂ ਵੀ ਸਜੋਰਨੋਆਂ ਇੰਡੀਆ ਦੇ ਵਿੱਚ, ਇਟਲੀ ਤੋਂ ਬਾਹਰ ਜਿਨ੍ਹਾਂ ਦੀਆਂ ਸਜੋਰਨਾਂ ਐਕਸਪਾਇਰ ਹੋਈਆਂ ਨੇ, ਉਹਨਾਂ ਸਾਰਿਆਂ ਦੀਆਂ ਸਜੋਰਨੋਆਂ ਇਟਲੀ ਦੀ ਐਮਰਜੈਂਸੀ ਦੇ ਹਿਸਾਬ ਦੇ ਨਾਲ 31 ਜੁਲਾਈ 2021 ਤੱਕ ਹੋ ਗਈਆਂ ਨੇ। ਇਸ ਕਰਕੇ ਜੇਕਰ ਤੁਹਾਡੀ ਹੁਣ ਇਹਨਾਂ ਦਿਨਾਂ ਦੇ ਵਿੱਚ ਸੋਜੋਰਨੋ ਐਕਸਪਾਇਰ ਹੋਈ ਆ ਤਾਂ ਤੁਸੀਂ ਇੰਡੀਆ ਤੋਂ ਇਟਲੀ ਦੇ ਵਿੱਚ ਜਾਂ ਕਿਸੇ ਵੀ ਦੇਸ਼ ਤੋਂ ਇਟਲੀ ਦੇ ਵਿੱਚ ਆ ਸਕਦੇ ਆ, ਅਤੇ ਤੁਹਾਨੂੰ ਵੀਜ਼ਾ ਦੀ ਰੀਐਂਟਰੀ ਵੀਜ਼ਾ ਲੈਣ ਦੀ ਲੋੜ ਨਹੀਂ ਆ। ਖਾਸ ਖਿਆਲ ਰੱਖਿਓ ਕੋਈ ਵੀ ਬੰਦਾ ਰੀਐਂਟਰੀ ਵੀਜ਼ੇ ਦੇ ਚੱਕਰ 'ਚ ਨਾ ਪੈ ਜਾਏ, ਕਿਉਂਕਿ ਕਾਨੂੰਨ ਦੇ ਹਿਸਾਬ ਦੇ ਨਾਲ ਤੁਹਾਡੀਆਂ ਸਜੋਰਨਾਂ ਵੈਲਿਡ ਆ। ਜੇਕਰ ਤੁਹਾਡੀ ਜਿਹੜੀ ਸਜੋਰਨ ਆ 1 ਅਗਸਤ ਸਜੋਰਨ ਫਲਾਈਟ ਜੇਕਰ 1 ਅਗਸਤ ਤੋਂ ਹੁੰਦੀ ਹੈ ਤਾਂ ਫਿਰ ਉਸ ਸਿਚੁਏਸ਼ਨ 'ਚ ਤੁਹਾਨੂੰ ਰੀਐਂਟਰੀ ਵੀਜ਼ਾ ਲੈਣਾ ਪੈ ਸਕਦਾ ਹੈ ਜੀ। ਇਸ ਟਾਈਮ ਇਟਲੀ ਦੇ ਵਿੱਚ ਐਮਰਜੈਂਸੀ 31 ਜੁਲਾਈ ਤੱਕ ਹੈ, ਇਸ ਕਰਕੇ 31 ਜੁਲਾਈ ਤੱਕ ਤੁਹਾਡੀਆਂ ਸਾਰੀਆਂ ਦੀਆਂ ਸਜੋਰਨਾਂ ਵੈਲਿਡ ਨੇ ਜੀ। ਇਸ ਕਰਕੇ ਇਸ ਲਾਈਨ ਦੇ ਵਿੱਚ ਵੀ ਇਹੀ ਦੱਸਿਆ ਗਿਆ ਕਿ ਬੰਦੇ ਦੱਸ ਰਹੇ ਨੇ ਕਿ ਤੁਹਾਡੇ ਕੋਲ ਅੰਬੈਸੀ, ਤੁਹਾਡੇ ਕੋਲ ਕੋਈ ਵੀਜ਼ਾ ਜਾਂ ਕੋਈ ਵੀਜ਼ਾ ਹੋਣਾ ਚਾਹੀਦਾ ਜਿਹੜਾ ਬੰਦਾ ਪਹਿਲੀ ਵਾਰ ਜਾ ਰਿਹਾ, ਜਾਂ ਫਿਰ ਅੰਬੈਸੀ ਦੀ ਕੋਈ ਅਥੈਂਟੀਕੇਟਡ ਮੋਹਰ ਹੋਣੀ ਚਾਹੀਦੀ ਹੈ ਜੋ ਕਿ ਤੁਹਾਨੂੰ ਦੱਸੇ ਕਿ ਤੁਸੀਂ ਜਾ ਰਹੇ ਹੋ, ਸਪੈਸ਼ਲੀ ਜਿਸ ਟਾਈਮ ਤੁਸੀਂ ਕੋਈ ਇੱਦਾਂ ਦੀ ਫਲਾਈਟ ਦੇ ਵਿੱਚ ਬੈਠੇ ਹੋ ਜਿਹੜੀਆਂ ਡਾਇਰੈਕਟ ਨਹੀਂ ਹੈਗੀਆਂ। ਖਿਆਲ ਰੱਖਿਓ ਜੀ ਇਸ ਗੱਲ ਦਾ। ਲੱਗਦੇ ਹੱਥ ਹੁਣ ਤੁਹਾਨੂੰ ਇੱਕ ਇਸ ਗੱਲ ਦਾ ਵੀ ਖੁਲਾਸਾ ਕਰ ਦਈਏ ਜੀ ਕਿ ਤੁਹਾਡੀਆਂ ਸਜੋਰਨਾਂ ਜੇਕਰ ਤੁਸੀਂ ਆਪੱਤੀ ਕਾਲ ਤੋਂ ਬਿਨਾਂ ਵੀ ਇੰਡੀਆ 'ਚ ਰਹਿੰਦੇ ਆ ਤਾਂ ਕਿਸ ਹਿਸਾਬ ਦੇ ਨਾਲ ਕੱਟ ਸਕਦੀਆਂ। ਤੁਹਾਡੀ ਜਿਹੜੀ ਸਜੋਰਨ ਆ ਦੱਸਿਆ ਜਾ ਰਿਹਾ ਕਿ ਉਹ ਕੱਟ ਹੋ ਸਕਦੀ ਹੈ ਜੇਕਰ ਤੁਸੀਂ ਇੰਡੀਆ ਦੇ ਵਿੱਚ ਜ਼ਿਆਦਾ ਟਾਈਮ ਰਹਿੰਦੇ ਆ ਬਿਨਾਂ ਕਿਸੇ ਮੋਟੀਵ ਤੋਂ, ਬਿਨਾਂ ਕਿਸੇ ਠੋਸ ਵਜ੍ਹਾ ਤੋਂ। ਜੇਕਰ ਤੁਸੀਂ ਇੰਡੀਆ ਦੇ ਵਿੱਚ ਰਹਿੰਦੇ ਆ ਤਾਂ ਤੁਹਾਡੀ ਸਜੋਰਨ ਨੂੰ ਡਿਲੀਟ ਕਰ ਦਿੱਤਾ ਜਾਂਦਾ, ਕੱਟ ਦਿੱਤਾ ਜਾਂਦਾ, ਰੱਦ ਕਰ ਦਿੱਤਾ ਜਾਂਦਾ। ਕਾਫੀ ਸਾਡੇ ਵੀਰਾਂ ਦੇ ਕਮੈਂਟ ਆਣੇ, ਭਾਜੀ ਮੈਂ 6 ਮਹੀਨੇ ਰਹਿ ਕੇ ਆਇਆ, ਮੈਂ ਸਾਲ ਰਹਿ ਕੇ ਆਇਆ, ਮੈਂ 2 ਸਾਲ ਰਹਿ ਕੇ ਆਇਆ ਕਿ ਮੇਰਾ ਤਾਂ ਕੁਛ ਨਹੀਂ ਹੋਇਆ, ਤੁਸੀਂ ਲੋਕਾਂ ਨੂੰ ਡਰਾਉਂਦੇ ਆ। ਦੇਖੋ ਜੀ, ਲੋਕਾਂ ਵੱਲ ਨਾ ਦੇਖੋ ਵੀ ਉਹ 2 ਸਾਲ ਰਹਿ ਕੇ ਆਇਆ ਕਿ ਨਹੀਂ ਆਇਆ, ਤੁਸੀਂ ਆਪਣਾ ਦੇਖੋ। ਜੇ ਤੁਸੀਂ ਇੰਨਾ ਟਾਈਮ ਰਹਿ ਗਏ ਅਤੇ ਤੁਹਾਡੇ ਸਜੋਰਨ ਕੱਟ ਦੀ ਤਾਂ ਫਿਰ ਤੁਹਾਨੂੰ ਦੁਬਾਰਾ ਕੀ ਮਿਲੂਗੀ। ਜੇਕਰ ਕਿਸੇ ਬੰਦੇ ਦੀ ਜਿਹੜੀ ਸਜੋਰਨ ਵਾ ਉਹ ਕਿਸੇ ਵੀ ਬੰਦੇ ਕੋਲ ਜਿਹੜੀ ਸਜੋਰਨ ਵਾ 1 ਸਾਲ ਦੀ ਆ, 2 ਸਾਲ ਦੀ ਆ, 2 ਸਾਲ ਤੋਂ ਘੱਟ ਵਾ, ਜਿਨ੍ਹਾਂ ਦੀ ਵੀ ਸਜੋਰਨ ਦੁਰਾਤਾ ਇਨਫੀਰੀਅਰ ਆ, ਦੂਏ ਆਨੀ ਹੈਗੇ 2 ਸਾਲ ਤੋਂ ਉਹਨਾਂ ਦੀ ਐਕਸਪਾਇਰ ਡੇਟ ਘੱਟ ਆ, ਤਾਂ ਉਹ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ 6 ਮਹੀਨੇ ਤੋਂ ਵੱਧ ਰਹਿਣ ਤਾਂ ਉਹਨਾਂ ਦੀ ਜਿਹੜੀ ਕੌਂਸੇਕੂਟਿਵ ਲਗਾਤਾਰ, ਤੁਸੀਂ 2-2 ਮਹੀਨੇ ਛੱਡ ਕੇ 2 ਮਹੀਨੇ ਬਾਅਦ ਛੱਡ ਕੇ 1 ਦਿਨ ਇਟਲੀ ਦੇ ਵਿੱਚ ਆ ਕੇ ਫਿਰ ਜਾਓ, ਕੋਈ ਚੱਕਰ ਨਹੀਂ। 6 ਮਹੀਨੇ ਤੋਂ ਲਗਾਤਾਰ ਜੇਕਰ ਤੁਹਾਡੀ ਸਜੋਰਨ ਸਿਰਫ
1 ਸਾਲ 2 ਸਾਲ 1 ਸਾਲ ਦੀ ਜਾਂ 1.5 ਸਾਲ ਦੀ 2 ਸਾਲ ਤੋਂ ਘੱਟ ਆ 6 ਮਹੀਨੇ ਲਗਾਤਾਰ ਇੰਡੀਆ ਦੇ ਵਿੱਚ ਰਹਿ ਗਏ ਤਾਂ ਜਿਹੜਾ ਕਾਨੂੰਨ ਆ ਕਾਨੂੰਨ ਨੰਬਰ ਵੀ ਲਿਖਿਆ ਜੀ ਆਰਟੀਕਲ 13,4 ਜਿਹੜੀ ਆਰਟੀਕਲ 13 ਧਾਰਾ 4 1999 ਦੇ ਵਿੱਚ 394 ਨੰਬਰ ਇਹ ਕਾਨੂੰਨ ਬਣਿਆ ਸੀਗਾ, ਜਿਹਦੇ ਵਿੱਚ ਲਿਖਿਆ ਗਿਆ ਜੀ ਕਿ ਤੁਹਾਡੀਆਂ ਜਿਹੜੀਆਂ ਸਜੋਰਨ ਕੈਂਸਲ ਕੀਤੀਆਂ ਜਾ ਸਕਦੀਆਂ ਨੇ, ਗੌਰ ਕਰਿਓ। ਉਸ ਤੋਂ ਬਾਅਦ ਅਗਲੇ ਵੱਲ ਚੱਲਦੇ ਹਾਂ। ਜੇਕਰ ਤੁਹਾਡੀ ਜਿਹੜੀ ਸਜੋਰਨ ਆ ਤੁਹਾਡੀ ਘੱਟ ਤੋਂ ਘੱਟ 2 ਸਾਲ ਦੀ ਤੁਹਾਨੂੰ ਸਜੋਰਨ ਮਿਲੀ ਆ, 1 ਸਾਲ ਦੀ ਸਜੋਰਨ ਹੁੰਦੀ ਹੈ ਅਤੇ 2 ਸਾਲ ਦੀ ਸਜੋਰਨ ਆ। ਜੇਕਰ ਤੁਹਾਡੇ ਕੋਲ 2 ਸਾਲ ਦੀ ਸਜੋਰਨ ਆ ਅਤੇ ਜਿੰਨੀ ਤੁਹਾਡੀ ਸਜੋਰਨ ਇਸ ਟਾਈਮ ਰਹਿ ਰਹੀ ਆ ਉਹ ਤੋਂ ਹਾਫ ਹੀ ਤੁਸੀਂ ਇੰਡੀਆ ਦੇ ਵਿੱਚ ਰਹਿ ਸਕਦੇ ਆ। ਕਹਿਣ ਦਾ ਮਤਲਬ ਤੁਹਾਡੇ ਕੋਲ 2 ਸਾਲ ਦੀ ਤੁਹਾਨੂੰ ਸਜੋਰਨ ਮਿਲੀ ਅਤੇ ਹੁਣ ਤੁਹਾਡੀ ਜਿਹੜੀ ਸਜੋਰਨ ਦੀ ਵੈਲਿਡਿਟੀ ਹੈਗੀ ਆ ਕਿ ਤੁਸੀਂ 1 ਸਾਲ ਆ ਅਤੇ 1 ਸਾਲ ਤੋਂ ਫਿਰ ਤੁਸੀਂ 6 ਮਹੀਨੇ ਹੀ ਰਹਿ ਸਕਦੇ। ਜੇ ਸਜੋਰਨ ਤੁਹਾਡੀ 16 ਮਹੀਨੇ ਆ ਤਾਂ ਤੁਸੀਂ 16 ਮਹੀਨਿਆਂ 'ਚੋਂ 8 ਮਹੀਨੇ ਹੀ ਇੰਡੀਆ ਰਹਿ ਸਕਦੇ ਹੋ ਜੀ ਲਗਾਤਾਰ। ਜੇ ਤੁਸੀਂ ਉਸ ਤੋਂ ਜ਼ਿਆਦਾ ਰਹੇ ਤਾਂ ਫਿਰ ਤੁਹਾਡੀ ਜਿਹੜੀ ਸਜੋਰਨ ਵਾ ਉਹਨੂੰ ਫਿਰ ਕੱਟ ਵੀ ਦਿੱਤਾ ਜਾ ਸਕਦਾ ਹੈ। ਹੁਣ ਦੇਖਦੇ ਹਾਂ ਜੇਕਰ ਜੇ ਕਿਸੇ ਬੰਦੇ ਕੋ il permesso di soggiorno per soggiornanti di lungo periodo UE, ਇਹ ਕੀ ਆ? ਜਿਨ੍ਹਾਂ ਬੰਦਿਆਂ ਕੋ ਕਾਰਤਾ ਦੀ ਸਜੋਰਨ ਆ ਜੀ, ਕਾਰਤਾ ਦੀ ਸਜੋਰਨ ਖੋਹ ਹੋ ਸਕਦੀ ਹੈ può essere revocato in caso di assenza। ਜੇਕਰ ਤੁਸੀਂ ਇਟਲੀ ਤੋਂ ਰਹਿੰਦੇ ਹੋ ਕਿੰਨਾ ਟਾਈਮ per un periodo di 12 mesi consecutivi, ਜੇਕਰ ਲਗਾਤਾਰ ਤੁਸੀਂ ਕਹਿੰਦੇ 12 ਮਹੀਨੇ ਲਗਾਤਾਰ ਇਟਲੀ ਤੋਂ ਬਾਹਰ ਰਹਿੰਦੇ ਆ ਨਾ, ਕਾਰਤਾ ਦੀ ਸਜੋਰਨ ਦੇ ਨਾਲ ਤੁਹਾਡੇ ਜਿਹੜੇ ਪੇਪਰ ਆ ਕੈਂਸਲ ਰੱਦ ਕਰ ਦਿੱਤੇ ਜਾਂਦੇ ਨੇ। ਇਸ ਕਰਕੇ ਇਸ ਗੱਲ ਦਾ ਵੀ ਖਿਆਲ ਰੱਖਿਓ ਜੀ। ਮੰਨ ਲਓ ਇੰਡੀਆ ਦੇ ਵਿੱਚ ਤੁਹਾਨੂੰ ਰਹਿਣਾ ਪੈ ਗਿਆ ਤਾਂ ਉਹਨਾਂ ਸਿਚੁਏਸ਼ਨਾਂ ਦੇ ਵਿੱਚ ਕੀ ਕਰਨਾ, ਉਹਨਾਂ ਸਿਚੁਏਸ਼ਨਾਂ ਦੇ ਵਿੱਚ ਤੁਹਾਨੂੰ ਜੁਸਟੀਫਿਕਾਤੀ ਮੋਟੀਵ ਦੇਣੇ ਪੈਣੇ ਆ। ਆਪਣਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਤੁਹਾਨੂੰ ਦੱਸਣਾ ਪੈਣਾ ਕਿ ਤੁਸੀਂ ਉੱਥੇ ਕਿਉਂ ਰਹੇ ਆ ਜੀ, ਠੀਕ ਆ ਜੀ। ਜੇ ਤੁਸੀਂ ਨਹੀਂ ਦੱਸ ਸਕੇ ਵੀ ਤੁਸੀਂ ਉੱਥੇ ਕਿਉਂ ਸੀ ਫਿਰ ਪ੍ਰੋਬਲਮ ਪੈ ਸਕਦੀ। ਤੁਹਾਡੇ ਕੋਲ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਹੋ ਸਕਦੀਆਂ ਦੱਸਣ ਦੇ ਲਈ ਵੀ ਤੁਸੀਂ ਉੱਥੇ ਰਹਿ ਗਏ ਸੀਗੇ, ਕਿਹਨਾਂ ਚੀਜ਼ਾਂ ਨਾਲ ਤੁਸੀਂ ਦੱਸ ਸਕਦੇ ਆ। ਦੇਖੋ ਜੀ ਤੁਹਾਡੇ ਕੋਲ ਪ੍ਰੂਫ ਹੋਣੇ ਚਾਹੀਦੇ ਆ। ਪ੍ਰੂਫ ਕਿਹੜੇ ਜੀ? ਪ੍ਰੂਫ ਹੈਗੇ ਆ, ਸਭ ਤੋਂ ਪਹਿਲਾਂ ਤੁਹਾਡੇ ਕੋਲ ਹੋਣਾ ਚਾਹੀਦਾ ਕਿ ਤੁਸੀਂ ਉੱਥੇ ਰਹਿ ਗੱਲ ਨਹੀਂ ਆ। ਸਭ ਤੋਂ ਪਹਿਲਾਂ ਜਿਹੜਾ ਪ੍ਰੂਫ ਮੰਨਿਆ ਜਾਂਦਾ ਜੀ ਉਹ ਆ ਜੀ ਜਿੰਨੇ ਵੀ ਤੁਹਾਡੇ ਕੋਲ ਹੈਗੀਆਂ ਉਹਦੇ ਵਿੱਚ ਤੁਹਾਡੇ ਕੋਲ ਕੋਈ ਵੀ ਡਾਕੂਮੈਂਟ ਆ ਜਿਹਦੇ ਵਿੱਚ ਲਿਖਿਆ ਹੋਵੇ ਕਿ ਤੁਹਾਨੂੰ ਦਿਨੀਏਗੋ ਉੱਥੋਂ ਜਾਣ ਲਈ ਮਨਾਹੀ ਦਿੱਤੀ ਗਈ ਹੈ, ਜਾਂ ਫਿਰ ਤੁਹਾਡੇ ਕੋਲ ਜਿੰਨੇ ਵੀ ਰਸੀਦਾਂ ਹੋਣ ਉਹ ਸਾਰੀਆਂ ਰੱਖਣੀਆਂ ਜੀ, ਜਿੰਨੇ ਵੀ ਤੁਹਾਡੇ ਕੋਲ ਹੈਗੀਆਂ। ਕੋਈ ਵੀ ਕਾਰਨ ਵਾ ਜਿਹੜਾ ਤੁਹਾਨੂੰ ਜਾਣ ਤੋਂ ਮਨਾ ਕਰਦਾ ਹੋਵੇ। ਉਸ ਤੋਂ ਬਾਅਦ ਜਿੰਨੀਆਂ ਵੀ ਤੁਹਾਡੇ ਕੋਲ ਟਿਕਟਾਂ ਆ ਉਹ ਸਾਰੀਆਂ ਖਰੀਦ ਕੇ ਰੱਖੋ, ਖਰੀਦ ਕੇ ਦਿਖਾ ਲੈਣੀਆਂ। ਅਤੇ ਉਸ ਤੋਂ ਬਾਅਦ ਜੇਕਰ ਹੋ ਸਕੇ ਤਾਂ ਤੁਹਾਨੂੰ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਇੱਕ ਪੈਕ ਭੇਜਣ ਦੀ ਲੋੜ ਆ। ਪੈਕ ਕੀ ਹੁੰਦਾ? ਪੈਕ ਹੁੰਦੀ ਹੈ ਜੀ ਸਰਕਾਰੀ ਈਮੇਲ। ਤੁਹਾਨੂੰ ਸਰਕਾਰੀ ਈਮੇਲ ਜਿੱਦਾਂ ਕਿ ਟੈਲੀਗ੍ਰਾਮ ਕਰਨ ਦੀ ਲੋੜ ਆ ਸਰਕਾਰ ਨੂੰ, ਤਾਂ ਜੋ ਜਾਂ ਇੱਕ ਰਾਕੋਮੰਦਾਤਾ ਭੇਜੋ, ਇੱਕ ਰਾਕੋਮੰਦਾਤਾ ਕੋ ਰਿਚੇਵੂਤਾ ਦੀ ਰਿਟੋਰਨੋ ਅੰਦਾਤਾ ਰਿਟੋਰਨੋ ਚਿੱਠੀ ਭੇਜੋ ਜਿਹਦੇ ਵਿੱਚ ਪ੍ਰੈਫੈਕਤੂਰਾ ਨੇ ਐਕਸੈਪਟ ਕੀਤਾ ਹੋਵੇ। ਕਹਿਣ ਦਾ ਮਤਲਬ ਤੁਹਾਡੇ ਕੋਲ ਵੈਲਿਡ ਪ੍ਰੂਫ ਆ ਕਿ ਤੁਸੀਂ ਦੱਸਿਆ ਸਾਡੀ ਇੰਡੀਆ 'ਚ ਟਿਕਟ ਕੈਂਸਲ ਹੋ ਗਈ ਆ। ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਆਪਣੇ ਜਿਹੜੇ ਮਾਲਕ ਨੂੰ ਦੱਸੋ ਕਿ ਤੁਹਾਡਾ ਜੀ ਕੰਮ ਖਰਾਬ ਹੋ ਗਿਆ, ਹੁਣ ਤੁਹਾਨੂੰ ਇੰਡੀਆ ਤੋਂ ਆਉਣ ਨਹੀਂ ਦੇਣਾ। ਇਸ ਨਾਲ ਵੀ ਤੁਸੀਂ ਆਪਣੇ ਜਿਹੜੇ ਕੰਮ ਨੂੰ ਬਚਾ ਸਕਦੇ ਹੋ ਸਜੋਰਨਾਂ ਤੋਂ ਬਚਣ ਦੇ ਲਈ। ਮੁੱਖ ਦੀ ਗੱਲ ਇੱਥੇ ਹੈ ਜੀ, ਜੇਕਰ ਇੰਡੀਆ ਦੇ ਵਿੱਚ ਹੁਣ ਤੁਸੀਂ ਇਸ ਟਾਈਮ ਫਸੇ ਹੋ ਇੰਡੀਆ ਦੇ ਵਿੱਚ ਫਸੇ ਹੋ 31 ਜੁਲਾਈ ਤੋਂ ਪਹਿਲਾਂ ਤੁਸੀਂ ਇੰਡੀਆ ਤੋਂ ਵਾਪਸ ਆਓ। ਇੰਡੀਆ ਦੀਆਂ ਖੁੱਲ੍ਹ ਗਈਆਂ ਫਲਾਈਟਾਂ 21 ਜੂਨ ਤੋਂ ਬਾਅਦ, ਤਾਂ 31 ਜੁਲਾਈ ਤੋਂ ਪਹਿਲਾਂ ਇਟਲੀ ਦੇ ਵਿੱਚ ਐਂਟਰੀ ਕਰ ਜਾਓ। ਜੇਕਰ ਕਿਸੇ ਵੀ ਤਰ੍ਹਾਂ ਤੁਸੀਂ ਕੰਟੈਕਟ ਕਰ ਸਕਦੇ ਆ ਆਪਣੀ ਅੰਬੈਸੀ ਨੂੰ ਇੰਡੀਆ ਦੇ ਵਿੱਚ ਜਿਹੜੀ ਇਟਾਲੀ ਨੂੰ, ਉਹਦੇ ਕੋਲ ਕੋਈ ਵੀ ਪੇਪਰ ਕਾਗਜ਼ ਲਓ ਕਿਉਂਕਿ ਤੁਹਾਡੇ ਸਜੋਰਨਾਂ ਵੈਲਿਡ ਆ। ਡਾਇਰੈਕਟ ਫਲਾਈਟ ਫੜਿਓ ਜਿਹੜੀਆਂ ਅਸਕਾਲੀ ਹੁੰਦੀ ਆ ਕਿਸੇ ਹੋਰ ਦੇਸ਼ ਵਿੱਚ ਜਾਣ ਵਾਲੀ, ਉਸ ਫਲਾਈਟ ਨੂੰ ਅਵੋਇਡ ਹੀ ਕਰਿਓ ਤਾਂ ਸਹੀ ਹੈ ਜੀ। ਅਤੇ ਉਸ ਤੋਂ ਬਾਅਦ ਜੇ ਤੁਸੀਂ ਇੰਡੀਆ ਦੇ ਵਿੱਚ ਵੈਸੇ ਕਿਸ ਤਰ੍ਹਾਂ ਫਸ ਜਾਂਦੇ ਆ ਤਾਂ ਉਸ ਗੱਲ ਨੂੰ ਵੀ ਖਿਆਲ ਰੱਖਿਓ ਤਾਂ ਜੋ ਤੁਸੀਂ ਜਿਹੜੇ ਪੇਪਰ ਆ ਤੁਹਾਡੇ ਖਰਾਬ ਨਾ ਹੋ ਜਾਣ। ਇਹ ਸਨ ਅੱਜ ਦੀਆਂ ਕੁਛ ਖਾਸ ਖਬਰਾਂ। ਇਹਦੇ ਨਾਲ ਅੱਜ ਦੀਆਂ ਖਬਰਾਂ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਸੁਣ ਰਹੇ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।